वाहिगुरू जी का खालसा श्री वाहिगुरू जी की फतेह। गुरु जी की प्यारी साध संगत जी, कुदरत ज्ञान चैनल ਵਿੱਚ ਆਪ ਸਭ ਜੀ ਦਾ ਬਹੁਤ ਜ਼ਿਆਦਾ ਸਵਾਗਤ ਹੈ। ਸੰਗਤ ਜੀ, ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਕੁਦਰਤ ਗਿਆਨ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਜਿਹੜੀ ਤੁਸੀਂ ਅੱਜ ਜੀਵਨੀ ਸਰਵਣ ਕਰਨ ਜਾ ਰਹੇ ਹੋ ਉਹ ਸੋਢੀ ਸੁਲਤਾਨ ਪਾਤਸ਼ਾਹ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਹੈ। ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਜੀਵਨੀ ਨੂੰ ਧਿਆਨ ਨਾਲ ਸਰਵਣ ਕਰਨਾ, ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਧਿਆਨ ਧਰ ਕੇ ਪੂਰੀ ਜੀਵਨੀ ਨੂੰ ਸਰਵਣ ਕਰਨਾ, ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਆਪਾਂ ਬਾਬਾ ਜੀ ਦੀ ਜੀਵਨੀ ਸ਼ੁਰੂ ਕਰਦੇ ਹਾਂ। ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਦੇ ਵਸਨੀਕ ਬਾਬਾ ਸ਼੍ਰੀ ਹਰਿਦਾਸ ਜੀ ਸੋਢੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਕੱਤਕ ਵਦੀ 2 ਸੰਮਤ 1591 ਉਸ ਦਿਨ ਅੱਸੂ ਮਹੀਨੇ ਦੀ 25 ਤਰੀਕ ਸੀ ਅਤੇ ਸੰਨ 1534 ਦੇ ਮਹੀਨੇ ਸਤੰਬਰ ਦੀ 24 ਤਰੀਕ ਨੂੰ ਹੋਇਆ। ਮਾਤਾ ਪਿਤਾ ਜੀ ਨੇ ਆਪ ਜੀ ਦਾ ਨਾਮ ਜੇਠਾ ਰੱਖਿਆ। ਜਦੋਂ ਭਾਈ ਜੇਠਾ ਜੀ ਹਜੇ ਛੋਟੀ ਉਮਰ ਦੇ ਹੀ ਸਨ ਕਿ ਪਹਿਲਾਂ ਉਹਨਾਂ ਦੇ ਮਾਤਾ ਜੀ ਚਲਾਣਾ ਕਰ ਗਏ ਅਤੇ ਮਗਰੋਂ ਪਿਤਾ ਜੀ ਵੀ ਸੁਰਗਵਾਸ ਹੋ ਗਏ। ਇਸ ਤਰ੍ਹਾਂ ਜਦੋਂ ਬਾਬਾ ਜੀ 7-8 ਵਰ੍ਹਿਆਂ ਦੀ ਉਮਰ ਵਿੱਚ ਹੀ ਯਤੀਮ ਹੋ ਗਏ। ਬਾਬਾ ਜੀ ਦੀ ਨਾਨੀ ਉਹਨਾਂ ਨੂੰ ਆਪਣੇ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਲੈ ਆਈ। ਗੁਰੂ ਸਾਹਿਬ ਜੀ ਦੇ ਨਾਨਕੇ ਘਰ ਦੀ ਗਰੀਬੀ ਦੇ ਕਾਰਨ ਬਾਬਾ ਜੀ ਛੋਟੀ ਉਮਰ ਤੋਂ ਹੀ ਕਿਰਤ ਕਮਾਈ ਦੀ ਕਾਰ ਵਿੱਚ ਜੁਟ ਪਏ। ਬਾਬਾ ਜੀ ਆਪ ਛੋਲਿਆਂ ਅਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਅਤੇ ਇਸ ਤਰ੍ਹਾਂ ਘਰ ਦੇ ਨਿਰਬਾਹ ਵਿੱਚ ਹਿੱਸਾ ਪਾਉਂਦੇ ਸਨ। ਧਰਮੀ ਅਤੇ ਦਾਨੀ ਸੁਭਾਅ ਦਾ ਸਦਕਾ ਬਾਬਾ ਜੀ ਕਈ ਵਾਰ ਗਰੀਬਿਆਂ ਨੂੰ ਅਤੇ ਸਾਦਾ ਫਕੀਰਾਂ ਨੂੰ ਘੁੰਗਣੀਆਂ ਮੁਫਤ ਹੀ ਵਰਤਾ ਦਿਆ ਕਰਦੇ ਸਨ। ਬਾਬਾ ਜੀ ਦੇ ਨਾਨਾ ਜੀ ਉਹਨਾਂ ਨੂੰ ਗੁੱਸੇ ਹੋਇਆ ਕਰਨ, ਪਰ ਫਿਰ ਵੀ ਉਹ ਸਮੇਂ-ਸਮੇਂ ਆਪਣੇ ਜਮਾਂਦਰੂ ਸੁਭਾਅ ਦਾ ਚਮਤਕਾਰ ਵਿਖਾਉਂਦੇ ਹੀ ਰਹੇ। ਹੁਣ ਬਾਸਰ ਕੇ ਸ੍ਰੀ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਜੀ ਦੀ ਜਨਮ ਨਗਰੀ ਹੈ। ਉੱਥੇ ਬਹੁਤ ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਜਾਇਆ ਕਰਦੇ ਸਨ। ਜਦੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਿਆਣੀ ਉਮਰ ਦੇ ਹੋਏ ਤਾਂ ਕਿਸੇ ਅੰਦਰਲੀ ਬਲਵਾਨ ਖਿੱਚ ਦੇ ਕਾਰਨ ਬਾਬਾ ਜੀ ਸ੍ਰੀ ਗੋਇੰਦਵਾਲ ਸਾਹਿਬ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਚਲੇ ਗਏ। ਉੱਥੋਂ ਗੁਰੂ ਦਰਬਾਰੋਂ ਉਹਨਾਂ ਦੀ ਆਤਮਾ ਤੇ ਧਾਰਮਿਕ ਰੁਚੀਆਂ ਨੂੰ ਰੱਜਵੀਂ ਖੁਰਾਕ ਮਿਲਣ ਲੱਗ ਗਈ। ਬਾਬਾ ਜੀ ਬੜੇ ਪ੍ਰੇਮ ਨਾਲ ਗੁਰੂ ਸੰਗਤ ਦੀ ਸੇਵਾ ਕਰਨ ਆਪਣਾ ਗੁਜ਼ਾਰਾ ਉਹ ਘੁੰਗਣੀਆਂ ਵੇਚ ਕੇ ਕਰਦੇ ਸਨ। ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀਆਂ 2 ਸਪੁੱਤਰੀਆਂ ਸਨ, ਜਿਨ੍ਹਾਂ ਵਿੱਚੋਂ ਵੱਡੀ ਸਪੁੱਤਰੀ ਬੀਬੀ ਦਾਨੀ ਜੀ ਦਾ ਵਿਆਹ ਸ਼੍ਰੀ ਰਾਮਾ ਜੀ ਦੇ ਨਾਲ ਹੋਇਆ ਸੀ ਅਤੇ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਅਜੇ ਕੁਆਰੀ ਸੀ। ਇੱਕ ਦਿਨ ਮਾਤਾ ਰਾਮ ਕੌਰ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਬੀਬੀ ਭਾਨੀ ਸੁੱਖ ਨਾਲ ਮੁਟਿਆਰ ਹੋ ਗਈ ਹੈ, ਉਸ ਦੇ ਵਾਸਤੇ ਯੋਗ ਵਰ ਦੀ ਭਾਲ ਕਰਨੀ ਚਾਹੀਦੀ ਹੈ। ਤਾਂ ਉਸ ਵੇਲੇ ਸੰਗਤ ਜੀ ਦੇਵਨੇਤ ਨਾਲ ਭਾਈ ਜੇਠਾ ਜੀ ਘੁੰਗਣੀਆਂ ਵੇਚਦੇ ਉੱਥੇ ਪਹੁੰਚ ਗਏ। ਇਸ ਸੋਹਣੇ ਸੁਡੋਲ ਗੱਭਰੂ ਨੂੰ ਵੇਖ ਕੇ ਮਾਤਾ ਜੀ ਨੇ ਕਿਹਾ ਕਿ ਵਰ ਇਸ ਕਾਕੇ ਜਿਹਾ ਹੋਣਾ ਚਾਹੀਦਾ ਹੈ। ਤਾਂ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਬਸ ਇਸ ਜਿਹਾ ਤਾਂ ਇਹੋ ਹੀ ਹੈ, ਬਸ ਬਿਨਾਂ ਜਾਤ ਪਾਤ ਤੋਂ ਕੋਈ ਨਾਨਕੇ ਦਾਦਕਿਆਂ ਦੀ ਪੁੱਛ ਗਿੱਛ ਪੜਤਾਲ ਕਰਨ ਦੇ ਜਾਂ ਗਰੀਬੀ ਦੀ ਹਾਲਾਤ ਵੇਖ ਕੇ ਸੰਗਣ ਜਾਂ ਚੱਕਣ ਦੇ ਗੁਰੂ ਜੀ ਨੇ ਬੀਬੀ ਭਾਨੀ ਜੀ ਦੀ ਮੰਗਣੀ ਸ਼੍ਰੀ ਜੇਠਾ ਜੀ ਦੇ ਨਾਲ ਕਰ ਦਿੱਤੀ। ਥੋੜ੍ਹੇ ਚਿਰ ਮਗਰੋਂ 22 ਫੱਗਣ ਸੰਮਤ 1610 ਵਾਲੇ ਦਿਨ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ। ਮਾਤਾ ਭਾਨੀ ਜੀ ਦੀ ਕੁੱਖੋਂ
3 ਸਾਹਿਬਜ਼ਾਦਿਆਂ ਨੇ ਜਨਮ ਲਿਆ। ਪ੍ਰਿਥੀ ਚੰਦ, ਜਿਨ੍ਹਾਂ ਨੂੰ ਕਿ ਪ੍ਰਿਥੀਆ ਵੀ ਕਿਹਾ ਜਾਂਦਾ ਹੈ, ਸੰਮਤ 1615 ਵਿੱਚ, ਸ਼੍ਰੀ ਮਹਾਦੇਵ ਸੰਮਤ 1617 ਵਿੱਚ ਅਤੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੰਮਤ 1620 ਵਿੱਚ ਜਨਮ ਲਿਆ। ਵਿਆਹ ਮਗਰੋਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਜੇਠਾ ਜੀ ਨੂੰ ਵੀ ਸ਼੍ਰੀ ਰਾਮਾ ਜੀ ਬਕੂਰ ਆਪਣੇ ਘਰ ਵਿੱਚ ਹੀ ਰੱਖ ਲਿਆ। ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਤਨ ਮਨ ਨਾਲ ਗੁਰੂ ਜੀ ਦੀ ਅਤੇ ਸਾਧ ਸੰਗਤ ਦੀ ਸੇਵਾ ਕਰਨ ਲੱਗ ਪਏ। ਲੋਕਾਚਾਰੀ ਮੂਜਬ ਜਵਾਈ ਦਾ ਆਪਣੇ ਸਹੁਰੇ ਘਰ ਰਹਿ ਕੇ ਸੇਵਾ ਕਰਨੀ ਅਪਮਾਨ ਮੰਨਿਆ ਜਾਂਦਾ ਹੈ, ਪਰ ਸ਼੍ਰੀ ਜੇਠਾ ਜੀ ਨੇ ਜਵਾਈ ਬਣ ਕੇ ਰਹਿਣ ਦਾ ਖਿਆਲ ਤੀਕ ਵੀ ਨਾ ਕੀਤਾ। ਉਹ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਆਪਣੇ ਮੁਕਤੀਦਾਤਾ ਗੁਰੂ ਅਤੇ ਆਪਣੇ ਆਪ ਨੂੰ ਉਹਨਾਂ ਦਾ ਨਿਮਾਣਾ ਸੇਵਕ ਸਮਝਦੇ ਸਨ। ਇਸ ਤਰ੍ਹਾਂ ਸੰਸਾਰਕ ਸੰਬੰਧ ਤੋਂ ਉਚੇਰੇ ਹੋ ਕੇ ਅਤੇ ਲੋਕਾਚਾਰੀ ਤੇ ਲੋਕ ਲਾਜ ਦੀ ਪਰਵਾਹ ਨਾ ਕਰਦੇ ਹੋਏ ਆਪ ਜੀ ਗੁਰੂ ਘਰ ਦੀ ਸੇਵਾ ਕਾਲ ਵਿੱਚ ਜੁਟ ਗਏ। ਗੁਰੂ ਸਾਹਿਬ ਜੀ ਨੇ ਉਹਨਾਂ ਦਾ ਸੇਵਾ ਭਾਵ ਅਤੇ ਅਣਥੱਕ ਕਾਲ ਵੇਖ ਕੇ ਬੜਾ ਪ੍ਰਸੰਨ ਹੋਇਆ ਕਰਦੇ ਸਨ। ਉਹ ਉਹਨਾਂ ਨੂੰ ਬਹੁਤ ਕਰਕੇ ਰਾਮਦਾਸ ਹੀ ਸੱਦਦੇ ਹੁੰਦੇ ਸਨ। ਇਸ ਤਰ੍ਹਾਂ ਸ਼੍ਰੀ ਜੇਠਾ ਜੀ ਦਾ ਨਾਂ ਸ਼੍ਰੀ ਰਾਮਦਾਸ ਜੀ ਪੱਕ ਗਿਆ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੇ ਛੇਤੀ ਹੀ ਸਿੱਖੀ ਆਸ਼ੇ ਨੂੰ ਪੂਰੀ ਤਰ੍ਹਾਂ ਸਮਝ ਲਿਆ ਅਤੇ ਆਪਣਾ ਜੀਵਨ ਗੁਰਸਿੱਖੀ ਦੇ ਸੱਚੇ ਵਿੱਚ ਢਾਲ ਲਿਆ। ਜਦ ਸ਼੍ਰੀ ਗੁਰੂ ਅਮਰਦਾਸ ਜੀ ਨੇ ਬੌਲੀ ਦੀ ਤਿਆਰੀ ਆਰੰਭ ਕੀਤੀ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਸ ਦਾ ਕਾਰਜ ਦਾ ਸਾਰਾ ਪ੍ਰਬੰਧ ਸੰਭਾਲਿਆ। ਨਾਲ ਨਾਲ ਆਪ ਸੰਗਤਾਂ ਨਾਲ ਮਿਲ ਕੇ ਕਾਰ ਸੇਵਾ ਕਰਦੇ ਅਤੇ ਟੋਕਰੀ ਢੋਇਆ ਕਰਦੇ ਸਨ। ਇੱਕ ਵਾਰ ਆਪ ਜੀ ਸੇਵਾ ਵਿੱਚ ਮਗਨ ਹੋਏ ਟੋਕਰੀ ਢੋ ਰਹੇ ਸਨ ਕਿ ਲਾਹੌਰੋਂ ਸ਼ਰੀਕੇ ਦੇ ਕੁਝ ਸੱਜਣ ਆਏ। ਉਹਨਾਂ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ ਸਾਡਾ ਭਾਈ ਸਹੁਰੇ ਘਰ ਟੋਕਰੀ ਢੋ ਰਿਹਾ ਹੈ। ਉਹ ਕਹਿਣ ਲੱਗੇ, ਜੇ ਇਸਨੇ ਮਿਹਨਤ ਮਜ਼ਦੂਰੀ ਹੀ ਕਰਨੀ ਸੀ ਤਾਂ ਹੋਰ ਥਾਂ ਥੋੜ੍ਹੇ ਸਨ, ਇਸਨੇ ਤਾਂ ਸਾਡੀ ਨੱਕ ਵੱਢਣੀ ਹੀ ਕਰ ਦਿੱਤੀ ਹੈ। ਇਸ ਤਰ੍ਹਾਂ ਦੇ ਵਚਨ ਬੋਲਦੇ ਉਹ ਲਾਹੌਰੀਏ ਸੋਢੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਾਸ ਪੁੱਜੇ। ਉਹਨਾਂ ਨੇ ਗੁਰੂ ਜੀ ਨੂੰ ਉਲਾਮਾ ਦਿੱਤਾ। ਅੱਗੋਂ ਗੁਰੂ ਜੀ ਨੇ ਮੁਸਕਰਾ ਕੇ ਕਿਹਾ, ਪੁਰਖਾ, ਰਾਮਦਾਸ ਦੇ ਸਿਰ ਉੱਪਰ ਗਾਰੇ ਮਿੱਟੀ ਦੀ ਟੋਕਰੀ ਨਹੀਂ ਸਗੋਂ ਦੀਨ ਦੁਨੀ ਦਾ ਛਤਰ ਹੈ। ਜਾਂ ਸੋਢੀਆਂ ਨੇ ਸ੍ਰੀ ਜੇਠਾ ਜੀ ਨੂੰ ਮਿਹਣਾ ਮਾਰਿਆ ਤਾਂ ਉਹ ਕਹਿਣ ਲੱਗੇ, ਭੋਲਿਓ, ਤੁਸੀਂ ਅਸਲੀਅਤ ਨਹੀਂ ਸਮਝਦੇ। ਇਹ ਮੇਰਾ ਸਹੁਰਾ ਘਰ ਨਹੀਂ ਸਗੋਂ ਮੇਰਾ ਮੁਕਤੀ ਦਾ ਦਰ ਹੈ। ਮੈਂ ਤਾਂ ਆਪਣੇ ਮੁਕਤੀ ਦਾਤੇ ਸਤਿਗੁਰ ਦੀ ਸੇਵਾ ਕਰਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰ ਰਿਹਾ ਹਾਂ। ਤੁਸੀਂ ਲੋਕਾਚਾਰੀ ਤੇ ਕੁੜਮਾਚਾਰੀ ਦੀਆਂ ਗੱਲਾਂ ਕਰਦੇ ਹੋ, ਇਹ ਤੁਹਾਡੀ ਭੁੱਲ ਹੈ। ਇੱਕ ਦਿਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਵੱਡੀ ਸਪੁੱਤਰੀ ਦੇ ਘਰ ਵਾਲੇ ਸ਼੍ਰੀ ਰਾਮਾ ਜੀ ਨੂੰ ਕਿਹਾ, ਬੌਲੀ ਦੀ ਇਮਾਰਤ ਬਣਦੀ ਵੇਖਣ ਲਈ ਇਸ ਟਿਕਾਣੇ ਇੱਕ ਥੜਾ ਬਣਾਓ ਜਿੱਥੇ ਆ ਕੇ ਅਸੀਂ ਬਹਿ ਜਾਇਆ ਕਰੀਏ ਅਤੇ ਥੜਾ ਇਸ ਨਮੂਨੇ ਦਾ ਬਣੇ। ਇਸੇ ਤਰ੍ਹਾਂ ਇੱਕ ਹੋਰ ਟਿਕਾਣਾ ਦੱਸ ਕੇ ਆਪ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਆਗਿਆ ਕੀਤੀ ਕਿ ਇੱਥੇ ਥੜਾ ਬਣਾਓ ਅਤੇ ਇਸ ਤਰ੍ਹਾਂ ਦਾ ਬਣਾਓ। ਦੋਹਾਂ ਨੇ ਸਾਰਾ ਜ਼ੋਰ ਲਾ ਕੇ ਥੜੇ ਬਣਾਏ। ਸ਼ਾਮ ਨੂੰ ਗੁਰੂ ਜੀ ਨੇ ਥੜੇ ਵੇਖੇ ਤੇ ਕਿਹਾ, ਇਹ ਥੜੇ ਠੀਕ ਨਹੀਂ ਬਣੇ, ਇਹਨਾਂ ਨੂੰ ਢਾਹ ਦਿਓ ਅਤੇ ਨਵੇਂ ਸਿਰਿਓਂ ਬਣਾਓ ਅਤੇ ਇਸ ਪ੍ਰਕਾਰ ਦੇ ਬਣਾਓ। ਥੜੇ ਫਿਰ ਬਣਾਏ ਗਏ। ਦੂਜੇ ਦਿਨ ਫਿਰ ਗੁਰੂ ਜੀ ਨੇ ਇਹਨਾਂ ਨੂੰ ਨਾਪਸੰਦ ਕੀਤਾ ਅਤੇ ਢਾਹ ਕੇ ਮੁੜ ਬਣਾਉਣ ਦਾ ਹੁਕਮ ਕੀਤਾ। 5-6 ਦਿਨ ਇਹੋ ਖੇਡ ਜਾਰੀ ਰਹੀ। ਸ਼੍ਰੀ ਰਾਮਾ ਜੀ ਅੱਕ ਗਏ। ਉਹ ਕਹਿਣ ਲੱਗੇ, ਗੁਰੂ ਜੀ ਦੀ ਅਵਸਥਾ ਵਡੇਰੀ ਹੋ ਗਈ ਹੈ, ਚੇਤਾ ਨਹੀਂ ਰਹਿੰਦਾ। ਜਿਵੇਂ ਉਹ ਆਖ ਜਾਂਦੇ ਹਨ ਮੈਂ ਉਸੇ ਤਰ੍ਹਾਂ ਥੜਾ ਉਸਾਰਦਾ ਹਾਂ, ਪਰ ਉਹ ਅਗਲੇ ਦਿਨ ਕੁਝ ਹੋਰ ਕਹਿ ਦਿੰਦੇ ਹਨ ਕਿ ਅਸਾਂ ਤਾਂ ਇਸ ਤਰ੍ਹਾਂ ਕਿਹਾ ਸੀ। ਇਹ ਆਖ ਕੇ ਥੜਾ ਢਵਾ ਦਿੰਦੇ ਹਨ। ਬਿਰਧ ਜੋ ਹੋਏ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਜਦ ਕਿਸੇ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਇਸ ਬਾਰੇ ਕਿਹਾ ਤਾਂ ਉਹ ਕਹਿਣ ਲੱਗੇ, ਮੈਂ ਅਣਜਾਣ ਹਾਂ, ਗੱਲ ਸਮਝਣ ਵਿੱਚ ਕੋਈ ਨਾ ਕੋਈ ਕਸਰ ਰਹਿ ਜਾਂਦੀ ਹੈ। ਗੁਰੂ ਜੀ ਮਿਹਰ ਕਰਦੇ ਹਨ, ਖਫਾ ਨਹੀਂ ਹੁੰਦੇ, ਸਗੋਂ ਨਵੇਂ ਸਿਰੇ ਜੁਗਤ ਦੱਸਦੇ ਸਮਝਾਉਂਦੇ ਹਨ। ਮੈਂ ਫਿਰ ਉਸਾਰਦਾ ਹਾਂ। ਮੈਨੂੰ ਤਾਂ ਉਹਨਾਂ ਦਾ ਹੁਕਮ ਮੰਨਣ ਵਿੱਚ ਹੀ ਖੁਸ਼ੀ ਹੈ। ਜਦ ਉਹ ਕਹਿੰਦੇ ਹਨ ਬਣਾਓ ਤਾਂ ਮੈਨੂੰ ਚਾਅ ਚੜ੍ਹ ਜਾਂਦਾ ਹੈ। ਜਦ ਉਹ ਕਹਿੰਦੇ ਹਨ ਢਾਹੋ ਤਾਂ ਮੈਨੂੰ ਆਪਣੀ ਬੇਸਮਝੀ ਉੱਪਰ ਅਫਸੋਸ ਹੁੰਦਾ ਹੈ। ਪਰ ਥੜਾ
ਢਹਿੰਦਾ ਵੇਖ ਕੇ ਉਹ ਖੁਸ਼ ਹੁੰਦੇ ਹਨ। ਉਹਨਾਂ ਦੀ ਖੁਸ਼ੀ ਹੀ ਤਾਂ ਮੈਂ ਚਾਹੁੰਦਾ ਹਾਂ। ਜੇ ਉਹ ਥੜਾ ਉਸਰਦਾ ਵੇਖ ਕੇ ਖੁਸ਼ ਹੁੰਦੇ ਹਨ ਤਾਂ ਮੈਂ ਉਸਾਰ ਕੇ ਨਿਹਾਲ ਹੁੰਦਾ ਹਾਂ। ਜੇ ਉਹ ਥੜਾ ਢਵਾ ਕੇ ਖੁਸ਼ ਹੁੰਦੇ ਹਨ ਤਾਂ ਮੈਂ ਢਾ ਕੇ ਖੁਸ਼ੀ ਮਾਣਦਾ ਹਾਂ। ਇਸੇ ਤਰ੍ਹਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼ਰਧਾ, ਗੁਰੂ ਪ੍ਰੇਮ, ਸਿਦਕ, ਆਪਾ ਭਾਵ ਦੀ ਨਿਵਿਰਤੀ ਅਤੇ ਉਜਰ ਉਤਰ ਰਹਿਤ ਆਗਿਆਕਾਰਤਾ ਦਾ ਸਬੂਤ ਦਿੱਤਾ। ਇਸ ਤਰ੍ਹਾਂ ਉਹ ਪ੍ਰੀਖਿਆ ਵਿੱਚ ਸਫਲ ਹੋਏ। ਸ਼੍ਰੀ ਗੁਰੂ ਅਮਰਦਾਸ ਜੀ ਤਾਂ ਪਹਿਲਾਂ ਹੀ ਜਾਣਦੇ ਸਨ ਕਿ ਸਾਡੇ ਮਗਰੋਂ ਗੁਰਤਾ ਦੀਆਂ ਜ਼ਿੰਮੇਵਾਰੀਆਂ ਸ਼੍ਰੀ ਗੁਰੂ ਰਾਮਦਾਸ ਜੀ ਸੰਭਾਲਣਗੇ, ਪਰ ਇਸ ਪ੍ਰੀਖਿਆ ਨੇ ਸਭ ਸਿੱਖ ਸੰਗਤਾਂ ਨੂੰ ਯਕੀਨ ਕਰਾ ਦਿੱਤਾ ਕਿ ਠੀਕ ਸ਼੍ਰੀ ਗੁਰੂ ਰਾਮਦਾਸ ਜੀ ਹੀ ਗੁਰਤਾ ਗੱਦੀ ਦੇ ਯੋਗ ਹਨ। ਆਪਣੀ ਸੱਚਖੰਡ ਵਾਪਸੀ ਦਾ ਸਮਾਂ ਆਪ ਜਦ ਜਾਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ 2 ਅੱਸੂ ਸੰਮਤ 1631 ਨੂੰ ਸਨ 1574 ਈਸਵੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਅੱਗੇ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਅਤੇ ਆਪਣੀ ਹੱਥੀਂ ਉਹਨਾਂ ਨੂੰ ਆਪਣੀ ਗੱਦੀ ਉੱਪਰ ਬਿਠਾਇਆ। ਫਿਰ ਆਪ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਾ ਤਿਲਕ ਲਾਇਆ। ਸਾਰੀ ਸੰਗਤ ਤੇ ਮੁਖੀਆਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ। ਸਾਹਿਬਜ਼ਾਦੇ ਮੋਹਰੀ ਜੀ ਵੀ ਗੁਰੂ ਜੀ ਦੇ ਚਰਨੀ ਪਏ। ਸਾਰੇ ਪਰਿਵਾਰ ਨੇ ਨਮਸਕਾਰ ਕੀਤੀ। ਇੱਕ ਬਾਬਾ ਮੋਹਣ ਜੀ ਮੱਥਾ ਟੇਕਣ ਨਾ ਆਏ। ਇਸ ਤਰ੍ਹਾਂ ਆਪਣੇ ਨਿੱਜੀ ਗੁਣਾਂ, ਕਰਤਾਰ ਦੀ ਕਿਰਪਾਲਤਾ ਅਤੇ ਗੁਰੂ ਜੀ ਦੀ ਦਿਆਲਤਾ ਦਾ ਸਦਕਾ ਸ਼੍ਰੀ ਜੇਠਾ ਜੀ ਸ਼੍ਰੀ ਗੁਰੂ ਰਾਮਦਾਸ ਜੀ ਤਰਨਤਾਰਨ ਸੋਢੀ ਸੁਲਤਾਨ ਬਣ ਗਏ। ਜੋਤੀ ਜੋਤ ਸਮਾਉਣ ਤੋਂ 4 ਕੁ ਵਰ੍ਹੇ ਪਹਿਲਾਂ ਸੰਮਤ 1627 ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਨੇ ਜਿਸ ਥਾਂ ਹੁਣ ਅੰਮ੍ਰਿਤਸਰ ਹੈ ਇਸ ਦਾ ਪੂਰਾ ਪਤਾ ਦੱਸ ਸਮਝਾ ਕੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਬਾਬਾ ਬੁੱਢਾ ਜੀ ਦੇ ਸਮੇਤ ਉੱਥੇ ਭੇਜਿਆ ਅਤੇ ਆਗਿਆ ਕੀਤੀ ਕਿ ਉੱਥੇ ਸਰੋਵਰ ਬਣਾਓ ਅਤੇ ਨਗਰ ਵਸਾਓ। ਇਸ ਆਗਿਆ ਮੁਜਬ ਸ਼੍ਰੀ ਗੁਰੂ ਰਾਮਦਾਸ ਜੀ ਨੇ ਪਹਿਲਾਂ ਉਸ ਸਰੋਵਰ ਦੀ ਖੁਦਵਾਈ ਆਰੰਭੀ, ਜਿਸ ਨੂੰ ਸੰਤੋਖਸਰ ਕਹਿੰਦੇ ਹਨ। ਸੇਵਾ ਸਮੇਂ ਜਿਸ ਟਾਹਲੀ ਹੇਠ ਆਪ ਬੈਠਿਆ ਕਰਦੇ ਸਨ ਉੱਥੇ ਮਗਰੋਂ ਗੁਰਦੁਆਰਾ ਟਾਹਲੀ ਸਾਹਿਬ ਬਣਿਆ। ਤੀਜੀ ਪਾਤਸ਼ਾਹੀ ਜੀ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਮਹੀਨੇ ਪਹਿਲਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਸੰਤੋਖਸਰ ਤੋਂ ਕੁਝ ਦੂਰ ਇੱਕ ਪਿੰਡ ਦੀ ਨੀਂਹ ਰੱਖੀ ਜਾਂ ਮੋੜੀ ਗੱਡੀ। ਇਸ ਦਾ ਨਾਮ ਆਪ ਜੀ ਨੇ ਗੁਰੂ ਕਾ ਚੱਕ ਰੱਖਿਆ। ਮਗਰੋਂ ਇਸ ਦਾ ਨਾਮ ਰਾਮਦਾਸਪੁਰ ਜਾਂ ਚੱਕ ਰਾਮਦਾਸ ਹੋ ਗਿਆ। ਗੁਰੂ ਗੱਦੀ ਤੇ ਬਿਰਾਜਣ ਮਗਰੋਂ ਸ਼੍ਰੀ ਗੁਰੂ ਰਾਮਦਾਸ ਜੀ ਸੰਮਤ 1631 ਸਨ 1574 ਵਿੱਚ ਹੀ ਪਰਿਵਾਰ ਸਮੇਤ ਗੁਰੂ ਕੇ ਚੱਕ ਜਾ ਟਿਕੇ ਸਨ। ਸੰਮਤ 1634 ਸਨ 1577 ਵਿੱਚ ਆਪ ਜੀ ਨੇ ਤੁੰਗ ਪਿੰਡ ਦੇ ਜ਼ਿਮੀਂਦਾਰਾਂ ਨੂੰ 700 ਅਕਬਰੀ ਰੁਪਏ ਦੇ ਕੇ 500 ਵਿੱਘੇ ਭੌਂ ਸਮੇਤ ਗੁਰੂ ਕੇ ਚੱਕ ਵਾਲੀ ਥਾਂ ਦਾ ਪਟਾ ਪ੍ਰਾਪਤ ਕਰ ਲਿਆ। ਫਿਰ ਆਪ ਜੀ ਨੇ ਇਸ ਥਾਂ ਵਸੋਂ ਕਰਾਉਣੀ ਸ਼ੁਰੂ ਕੀਤੀ। ਸ਼੍ਰੀ ਗੁਰੂ ਰਾਮਦਾਸ ਜੀ ਇਸ ਨਗਰੀ ਨੂੰ ਹਰ ਪਹਿਲੂ ਤੋਂ ਆਦਰਸ਼ਕ ਬਣਾਉਣਾ ਚਾਹੁੰਦੇ ਸਨ। ਆਪ ਜੀ ਚਾਹੁੰਦੇ ਸਨ ਕਿ ਇੱਥੇ ਜੀਵਨ ਤੇ ਧਾਰਮਿਕ, ਆਰਥਿਕ, ਸਮਾਜਿਕ ਹਰ ਪੱਖ ਦੀ ਉન્નਤੀ ਦੇ ਸਾਧਨ ਮੌਜੂਦ ਹੋਣ। ਆਪ ਦੀ ਇੱਛਾ ਸੀਗੀ ਸਿੱਖਾਂ ਦੇ ਤਨ ਵੀ ਤਕੜੇ ਤੇ ਨਰੋਏ ਹੋਣ, ਉਹਨਾਂ ਦੇ ਮਨ ਤੇ ਆਤਮਾ ਵੀ ਬਲਵਾਨ ਤੇ ਕਰਤਾਰ ਨਾਲ ਜੁੜੇ ਹੋਣ ਅਤੇ ਉਹਨਾਂ ਪਾਸ ਧਰਮ ਕਿਰਤ ਰਾਹੀਂ ਖੱਟੇ ਧਨ ਪਦਾਰਥ ਦੀ ਵੀ ਥੋੜ ਨਾ ਹੋਵੇ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਸ਼ੇ ਨੂੰ ਮੁੱਖ ਰੱਖ ਕੇ ਆਪ ਅਜਿਹਾ ਸਮਾਜ ਪ੍ਰਫੁੱਲਤ ਹੋਇਆ ਵੇਖਣਾ ਚਾਹੁੰਦੇ ਸਨ ਜਿਸ ਵਿੱਚ ਨਾ ਕੋਈ ਵਿਹਲੜ ਮੁਫਤਖੋਰਾ ਹੀ ਹੋਵੇ, ਨਾ ਕੋਈ ਭੁੱਖਾ ਕੰਗਾਲ ਹੀ ਹੋਵੇ, ਨਾ ਕੋਈ ਇਹਨਾਂ ਉੱਪਰ ਧੱਕਾ ਸਖਤੀ ਕਰਕੇ ਮਾਲਾਮਾਲ ਹੋਣ ਵਾਲਾ ਹੀ ਹੋਵੇ, ਜਿਸ ਵਿੱਚ ਹਰ ਕੋਈ ਸਭ ਦੇ ਭਲੇ ਲਈ ਅਤੇ ਸਾਰੇ ਹਰੇਕ ਦੇ ਭਲੇ ਲਈ ਤਾਂਘ ਰੱਖਦੇ ਹੋਣ। ਇਸ ਲਈ ਆਪ ਜੀ ਦੀ ਚਾਹ ਸੀ ਕਿ ਇਹ ਨਗਰੀ ਧਰਮ ਦੀ ਕਿਰਤ ਵਾਲੇ ਗ੍ਰਸਤੀਆਂ, ਵਪਾਰ, ਹੁਨਰ ਅਤੇ ਦਸਤਕਾਰੀਆਂ ਰਾਹੀਂ ਉਦਮ ਯਤਨ ਕਰਕੇ ਰੋਜੀ ਕਮਾਉਣ ਵਾਲਿਆਂ ਦੀ ਨਗਰੀ ਹੋਵੇ। ਇਸ ਲਈ ਆਪ ਜੀ ਨੇ ਥਾਂ ਤੋਂ 52 ਜਾਤਾਂ ਦੇ ਵੱਖ-ਵੱਖ ਕਿੱਤੇ ਕਰਨ ਵਾਲਿਆਂ ਨੂੰ ਪ੍ਰੇਰ ਸੱਦ ਕੇ ਇੱਥੇ ਵਸਾਇਆ। ਇਹ ਲੋਕ ਦਸਤਕਾਰੀ, ਹੁਨਰ ਤੇ ਵਪਾਰ ਦੇ ਜਾਣੂ ਸਨ ਅਤੇ ਧਨ ਤੇ ਪੈਦਾਵਾਰ ਵਧਾਉਣ ਦੇ ਢੰਗ ਵੀ ਜਾਣਦੇ ਸਨ। ਇਹਨਾਂ ਵਿੱਚ ਸਿੱਖ ਵੀ ਸਨ, ਹਿੰਦੂ ਵੀ ਸਨ ਅਤੇ ਮੁਸਲਮਾਨ ਭਾਈਚਾਰੇ ਤੋਂ ਵੀ ਸਨ, ਜਿਨ੍ਹਾਂ ਨੂੰ ਹਰ ਇੱਕ ਹੁਨਰ ਦੀ ਜਾਣਕਾਰੀ ਸੀ। ਇਹਨਾਂ ਨੂੰ ਇੱਕ ਬਾਜ਼ਾਰ ਵਿੱਚ ਬਾਬਾ ਜੀ ਨੇ ਲਿਆ ਕੇ ਵਸਾਇਆ
ਉਸ ਦਾ ਨਾਮ ਗੁਰੂ ਬਾਜ਼ਾਰ ਰੱਖਿਆ ਗਿਆ। ਇਹ ਬਾਜ਼ਾਰ ਹੁਣ ਤੀਕ ਇਸੇ ਨਾਂ ਨਾਲ ਹੀ ਪ੍ਰਸਿੱਧ ਹੈ ਅਤੇ ਵਪਾਰ ਵਿਹਾਰ ਦਾ ਵੱਡਾ ਕੇਂਦਰ ਹੈ। ਇਸ ਤਰ੍ਹਾਂ ਧਾਰਮਿਕ, ਆਰਥਿਕ, ਸਮਾਜਿਕ ਤੇ ਕੌਮੀ ਖੁਸ਼ਹਾਲੀ ਲਈ ਆਦਰਸ਼ਕ ਨਗਰ ਵਸਾ ਕੇ ਆਪ ਜੀ ਨੇ ਦੇਸ਼ ਦੀ ਉੱਨਤੀ ਦਾ ਵੱਡਾ ਕੰਮ ਕੀਤਾ। ਆਪ ਜੀ ਨੇ ਦੇਸ਼ ਦੇ ਕਾਰ ਵਿਹਾਰ, ਦਸਤਕਾਰੀ ਤੇ ਵਪਾਰ ਦਾ ਵਾਧਾ ਕਰਕੇ ਦੇਸ਼ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਸਮਾਜ ਅਤੇ ਮਿਲਾਪ ਤੇ ਸਮਾਨਤਾ ਅਤੇ ਹਿੰਦੂ, ਸਿੱਖ, ਮੁਸਲਿਮ ਜਨਤਾ ਵਿੱਚ ਏਕਤਾ ਤੇ ਕੌਮੀਅਤ ਦੇ ਭਾਵ ਪੈਦਾ ਕਰਨ ਲਈ ਨਿੱਘਰ ਕੰਮ ਕੀਤਾ ਅਤੇ ਸੋਹਣੀ ਨਰੋਈ ਲੀਹ ਚਲਾਈ। ਆਪ ਜੀ ਨੇ ਆਪਣੇ ਨਿਵਾਸ ਲਈ ਮਕਾਨ ਵੀ ਬਣਵਾਇਆ, ਜਿਸ ਦਾ ਨਾਮ ਗੁਰੂ ਕੇ ਮਹਿਲ ਪਿਆ। ਮਗਰੋਂ ਇਹ ਨਿਵਾਸ ਅਸਥਾਨ ਪੱਕਾ ਕੀਤਾ ਗਿਆ। ਉਸੇ ਸਾਲ ਸੰਮਤ 1634 ਸਨ 1577 ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਨੇ ਦੁੱਖ ਭੰਜਨੀ ਬੇਰੀ ਵਾਲੇ ਥਾਂ ਇੱਕ ਸਰੋਵਰ ਦੀ ਖੁਦਵਾਈ ਆਰੰਭੀ। ਇਸ ਤਾਲ ਨੂੰ ਮਗਰੋਂ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਤਾਲ ਨੂੰ ਵਰਤਣ ਦੀ ਹਰੇਕ ਨੂੰ ਖੁੱਲ੍ਹ ਸੀ ਅਤੇ ਹੁਣ ਵੀ ਹੈ। ਇਸ ਸਰੋਵਰ ਦਾ ਨਾਂ ਅੰਮ੍ਰਿਤਸਰ ਰੱਖਿਆ ਗਿਆ। ਇਸ ਤੋਂ ਹੀ ਨਗਰੀ ਦਾ ਨਾਂ ਵੀ ਅੰਮ੍ਰਿਤਸਰ ਪੈ ਗਿਆ ਅਤੇ ਪ੍ਰਸਿੱਧ ਹੋ ਗਿਆ। ਸੋ ਸੰਗਤ ਜੀ, ਇਹ ਬਾਬਾ ਜੀ ਦੀ ਜੀਵਨੀ ਆਪ ਜੀ ਦੇ ਨਾਲ ਸਾਂਝੀ ਕਰਦਿਆਂ ਹੋਇਆਂ ਜੇ ਦੱਸ ਤੋਂ ਕੋਈ ਭੁੱਲ ਹੋ ਗਈ ਤਾਂ ਆਪ ਜੀ ਦੇ ਨਾਲ ਹੱਥ ਜੋੜ ਕੇ ਮਾफ़ੀ ਮੰਗਦੇ ਹਾਂ। ਆਪ ਗੁਰੂ ਜੀ ਕੀ ਸੰਗਤ ਮਾफ़ ਕਰ ਦੇਣਾ ਅਤੇ ਕੱਲ੍ਹ ਨੂੰ ਹੋਰ ਆਪ ਜੀ ਦੇ ਨਾਲ ਗੁਰੂ ਸਾਹਿਬਾਨ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਸਾਖੀ ਲੈ ਕੇ ਹਾਜ਼ਰ ਹੋਵਾਂਗੇ। ਦੋਵੇਂ ਹੱਥ ਜੋੜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।